ਸਤਿ ਸ਼੍ਰੀ ਅਕਾਲ। ਮੈਂ ਗੁਰਿੰਦਰ ਗੌਰੀ ਲਫ਼ਜ਼ਾਂ ਦੇ ਸਾਂਝ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ। ਅੱਜ ਅਸੀਂ ਲਫ਼ਜ਼ਾਂ ਦੇ ਸਾਂਝ ਪ੍ਰੋਗਰਾਮ ਦੇ ਵਿੱਚ ਇੱਕ ਗੰਭੀਰ ਤੇ ਸੰਵੇਦਨਸ਼ੀਲ ਵਿਸ਼ੇ ਬਾਰੇ ਗੱਲ ਕਰਾਂਗੇ। ਇਸ ਚਮਕ ਧਮਕ ਵਾਲੀ ਕਾਰਪੋਰੇਟ ਦੁਨੀਆ ਦੇ ਵਿੱਚ ਮਹਿਲਾਵਾਂ ਸੁਰੱਖਿਅਤ ਹਨ ਕਿ ਨਹੀਂ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਇਸ ਵਿਸ਼ੇ ਤੇ ਚਰਚਾ ਕਰਨ ਲਈ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਇੱਕ ਮਹਾਨ ਤੇ ਮਾਹਿਰ ਐਡਵੋਕੇਟ ਨੂੰ ਸੱਦਾ ਦਿੱਤਾ ਹੈ ਤੇ ਮੈਂ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਨੀਆ ਮਹਾਜਨ ਜੀ ਦਾ। A very warm welcome in our show, ma'am. Thank you, ma'am. She deals with civil, criminal and real estate. Founder and principal lawyer at Tania Mahajan Chambers of Law. Very welcome, ma'am. Thank you, ma'am. ਹਾਂਜੀ ਮੈਮ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ। ਹਾਂਜੀ ਮੈਮ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੀ ਗ੍ਰੈਜੂਏਸ਼ਨ ਸਰੂਪ ਰਾਣੀ ਗਵਰਨਮੈਂਟ ਕਾਲਜ ਅੰਮ੍ਰਿਤਸਰ ਤੋਂ ਕੀਤੀ। ਉਸ ਤੋਂ ਬਾਅਦ ਮੈਂ ਆਪਣੀ ਲਾਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਫਿਰ ਕੁਝ 2 ਸਾਲ ਡਿਸਟ੍ਰਿਕਟ ਕੋਰਟਸ ਅੰਮ੍ਰਿਤਸਰ ਪ੍ਰੈਕਟਿਸ ਕਰਕੇ I moved to ਚੰਡੀਗੜ੍ਹ। ਸਿੰਸ ਦੈਨ ਮੈਂ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਲੱਸ ਵੇਰੀਅਸ ਟ੍ਰਾਈਬਿਊਨਲਸ 'ਚ ਪ੍ਰੈਕਟਿਸ ਕਰ ਰਹੀ ਹਾਂ ਇਨ ਚੰਡੀਗੜ੍ਹ ਇਟਸੈਲਫ। ਮੈਮ, ਇਸ ਪ੍ਰੋਫੈਸ਼ਨ ਦੇ ਵਿੱਚ ਆਉਣ ਲਈ ਤੁਹਾਨੂੰ ਕਿੱਥੋਂ ਇੰਸਪੀਰੇਸ਼ਨ ਮਿਲੀ? ਤੁਹਾਡੀ ਫੈਮਿਲੀ ਮੈਂਬਰਸ 'ਚ ਕੋਈ ਸੀਗਾ ਐਡਵੋਕੇਟ ਤੇ ਤੁਸੀਂ ਕਿੱਥੋਂ ਇੰਸਪਾਇਰ ਹੋਏ ਐਡਵੋਕੇਟ? ਨਹੀਂ ਮੈਮ, ਮੇਰੀ ਫੈਮਿਲੀ 'ਚ ਕੋਈ ਨਹੀਂ ਹੈ। ਆਈ ਐਮ ਅੱਛਾ। ਫਸਟ ਜਨਰੇਸ਼ਨ ਲਾਇਰ। ਓਕੇ I'm the only one in my family who is a lawyer yet. ਓਕੇ ਤੇ ਇੰਸਪੀਰੇਸ਼ਨ ਬਸ ਇਹੀ ਸੀਗੀ ਕਿ ਲਾਅ ਰੀਅਲੀ ਇੰਪਾਵਰਸ ਯੂ। ਲਾਅ ਜਿਹੜੀ ਤੁਹਾਨੂੰ ਪਾਵਰ ਦਿੰਦਾ, ਆਈ ਬਿਲੀਵ ਕਿ ਤੁਹਾਨੂੰ ਕੋਈ ਹੋਰ ਪ੍ਰੋਫੈਸ਼ਨ ਨਹੀਂ ਦਿੰਦਾ। ਦੇ ਦਿੰਦਾ। ਹਾਂਜੀ Yes. ਹਾਂਜੀ। ਤੇ ਮੈਮ, ਮੈਂ ਦੇਖਦੀ ਹਾਂ ਕਾਰਪੋਰੇਟ ਦੇ ਵਿੱਚ ਜਿਹੜੀਆਂ ਵੂਮਨਸ ਨੇ ਉਹ ਸੇਫ ਨਹੀਂ ਫੀਲ ਕਰਦੀਆਂ ਤੇ ਇਹਦੇ ਲਈ ਇੱਕ ਲਾਅ ਬਣਿਆ ਹੋਇਆ ਹੈ ਪੋਸ਼ ਐਕਟ। ਤਾਂ ਤੁਸੀਂ ਪਲੀਜ਼ ਉਹਦੇ ਤੇ ਚਾਨਣਾ ਪਾਓਗੇ ਕਿ ਪੋਸ਼ ਐਕਟ ਹੈ ਕੀ? ਕਿਉਂਕਿ ਮੋਸਟਲੀ ਮੈਨੂੰ ਲੱਗਦਾ 50% ਵੂਮਨਸ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਹੈ ਕਿ ਉਹ ਐਕਚੁਅਲੀ ਪੋਸ਼ ਐਕਟ ਹੈ ਕੀ ਤੇ ਕਿਵੇਂ ਫੋਰਸ 'ਚ ਆਇਆ ਉਹ। ਮੈਮ, ਪੋਸ਼ ਐਕਟ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਹਾਊ ਇਟ ਹੈਜ਼ ਕਮ ਇਨ ਟੂ ਐਗਜ਼ਿਸਟੈਂਸ। 1992 ਦੀ ਗੱਲ ਹੈ। ਦੇਰ ਵਾਜ਼ ਅ ਲੇਡੀ ਨੇਮਲੀ ਭਵਰੀ ਦੇਵੀ। she raised her voice against child marriage, but this was not accepted by the upper caste men, and she was brutally raped by upper caste men. ਓਕੇ So after that, PIL was filed by Vishakha. The name of the case is Vishakha versus State of Rajasthan. Okay. In this case, Supreme Court issued guidelines Okay. against the prevention of sexual harassment at workplace. Supreme Court ने क्या कि इस पे एक्ट बनाना बहुत ज़रूरी है because earlier ladies were not working, they were not going out of the house for work. They're not ਜਿਉਂ feeling ਉਹਨਾਂ ਨੇ safe. ਬਾਹਰ ਜਾਣਾ ਸ਼ੁਰੂ ਕੀਤਾ ਤੇ ਇਦਾਂ ਦੇ ਇਨਸੀਡੈਂਟਸ ਵੀ ਹੋਣੇ ਸ਼ੁਰੂ ਹੋਏ ਕਿ ਜਦੋਂ ਉਹ ਕੰਮ ਕਰਨ ਬਾਹਰ ਜਾ ਰਹੀਆਂ, men's are like harassing them. ਇਸ ਕਰਕੇ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਟ ਇਜ਼ ਵੈਰੀ ਇੰਪੋਰਟੈਂਟ ਟੂ ਹੈਵ ਥੀਸ ਗਾਈਡਲਾਈਨਸ। ਤੇ ਮੈਮ, ਜੇ ਦਫ਼ਤਰ ਵਿੱਚ ਕਿਸੇ ਨਾਲ ਕੋਈ ਇੱਦਾਂ ਦੀ ਲੇਡੀ ਨਾਲ ਹਰਾਸਮੈਂਟ ਹੋ ਜਾਂਦੀ ਹੈ ਤਾਂ ਫਿਰ ਉਹ ਕਿੱਥੇ ਅਪਰੋਚ ਕਰ ਸਕਦੀ ਹੈ, ਕਿਹਨੂੰ ਕਹਿ ਸਕਦੀ ਹੈ? ਕਿਉਂਕਿ ਆਮ ਤੌਰ ਤੇ ਜਦੋਂ ਪੁਲਿਸ ਸਟੇਸ਼ਨ ਜਾਓ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਤਾਂ ਇਹਦੇ ਲਈ ਕੋਈ ਸਪੈਸ਼ਲ ਕੋਰਟ ਬਣੀ ਹੋਈ ਹੈ ਜਾਂ ਮਤਲਬ ਕੁਝ ਪ੍ਰੋਵੀਜ਼ਨ ਇੱਦਾਂ ਦੀ ਹੈ? ਮੈਮ, ਜਦੋਂ ਪੋਸ਼ ਐਕਟ ਆਇਆ, ਪੋਸ਼ ਐਕਟ 2013, ਉਹਦੇ ਵਿੱਚ ਇਹ ਸਪੈਸੀਫਿਕਲੀ ਡਿਫਾਈਨਡ ਹੈ ਕਿ ਦੇयर ਸ਼ੁੱਡ ਬੀ ਵਨ ਇੰਟਰਨਲ ਕਮੇਟੀ। ਓਕੇ ਹਰ ਆਰਗੇਨਾਈਜੇਸ਼ਨ ਜਿਸ 'ਚ 10 ਜਾਂ 10 ਤੋਂ ਜ਼ਿਆਦਾ ਲੋਕ ਕੰਮ ਕਰਦੇ ਆ, ਉਹਨਾਂ ਨੂੰ ਇੰਟਰਨਲ ਕਮੇਟੀ ਬਣਾਉਣਾ ਬਹੁਤ ਜ਼ਰੂਰੀ ਹੈ। ਦਿਸ ਇਜ਼ ਦ ਰਿਕੁਆਇਰਮੈਂਟ ਆਫ ਪੋਸ਼ ਐਕਟ। ਇੰਟਰਨਲ ਕਮੇਟੀ 'ਚ ਜਿਹੜਾ ਚੇਅਰਪਰਸਨ ਹੋਏਗਾ ਐਂਡ ਸ਼ੀ ਸ਼ੈਲ ਬੀ ਅ ਵੂਮਨ ਮੈਂਬਰ। ਓਕੇ ਮਤਲਬ ਕਿ ਇੱਕ ਕੁੜੀ ਨੂੰ ਅਪਰੋਚ ਕਰਨਾ ਇਜ਼ ਲਿਟਲ ਈਜ਼ੀ। ਇੰਟਰਨਲ ਕਮੇਟੀ ਨੂੰ ਕੁੜੀ ਆਪਣੀ ਰਿਪੋਰਟ ਦੇ ਸਕਦੀ ਹੈ, ਆਪਣੀ ਕੰਪਲੇਂਟ ਦੇ ਸਕਦੀ ਹੈ। ਤੇ ਮੈਮ, ਇਹ ਲਿਮਟਿਡ ਫਰਮ ਦੇ ਵਿੱਚ ਹੈ ਜਾਂ ਕੋਈ ਵੀ ਜਿੱਦਾਂ ਕੰਪਨੀ, ਕੋਈ ਛੋਟੀ ਕੰਪਨੀ ਹੈ ਤਾਂ ਉਹਨਾਂ ਲਈ ਵੀ ਇਹ ਰਿਕੁਆਇਰਮੈਂਟ ਮੈਮ, ਜ਼ਰੂਰੀ ਕੋਈ ਹੈ? ਵੀ ਕੰਪਨੀ ਜਿੱਥੇ 10 ਜਾਂ 10 ਤੋਂ ਜ਼ਿਆਦਾ EMPLOYE ਕੰਮ ਕਰ ਰਹੇ ਹੈ, ਉਹਨਾਂ ਨੂੰ ਇਹ ਬਣਾਉਣਾ ਜ਼ਰੂਰੀ ਹੈ। ਐਂਡ ਆਈ ਆਲਸੋ ਮੈਂਸ਼ਨ ਇਟ ਇਜ਼ ਨਾਟ ਫॉर ਪ੍ਰਾਈਵੇਟ ਜਾਂ ਗਵਰਨਮੈਂਟ, ਸਾਰੀ ਆਰਗੇਨਾਈਜੇਸ਼ਨ ਵਾਸਤੇ। ਐਨੀ ਆਰਗੇਨਾਈਜੇਸ਼ਨ, ਐਨੀ ਹਸਪੀਟਲ, ਐਨੀ ਪਬਲਿਕ। ਤੇ ਮੈਮ, ਇਹ ਸਕੂਲ ਲੈਵਲ ਤੇ ਵੀ ਹੈ? ਜਿੱਦਾਂ ਸਕੂਲ ਬਿਲਕੁਲ ਮੈਮ, ਬਿਲਕੁਲ। ਸਕੂਲ 'ਚ ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ, ਜਿਵੇਂ ਕਈ ਵਾਰੀ ਸੁਣਨ 'ਚ ਆਉਂਦਾ ਹੈ ਜੀ, ਜਿੱਦਾਂ ਮੇਲ ਟੀਚਰ ਹੈ, ਠੀਕ ਹੈ, ਤਾਂ ਉਹ ਸਟੂਡੈਂਟਸ ਹੁੰਦੇ ਆ 10th ਕਲਾਸ ਦੇ ਜਾਂ ਕੁਝ, ਮਤਲਬ ਇੱਦਾਂ ਦੀ ਹਰਾਸਮੈਂਟ ਹੋ ਜੇ ਤਾਂ ਵੀ ਅਸੀਂ ਅਪਰੋਚ ਕਰ ਸਕਦੇ ਹਾਂ? ਬਿਲਕੁਲ ਮੈਮ, ਬਿਲਕੁਲ। ਮੈਂ ਤੁਹਾਨੂੰ ਕਿਹਾ ਇਰਰਿਸਪੈਕਟਿਵ ਆਫ ਐਨੀਥਿੰਗ, ਕੋਈ ਸਕੂਲ, ਕੋਈ ਹਸਪੀਟਲ, ਕੋਈ ਵੀ ਆਰਗੇਨਾਈਜੇਸ਼ਨ ਹੈ, ਉਹ 'ਚ IC ਹੋਣਾ ਇਜ਼ ਮੈਂਡੇਟਰੀ। ਲੇਕਿਨ ਮੈਮ, ਲੋਕਾਂ ਨੂੰ ਪੋਸ਼ ਐਕਟ ਬਾਰੇ ਪਤਾ ਨਹੀਂ ਹੈ, ਤਾਂ ਇਹਦੇ ਵਿੱਚ ਤੁਸੀਂ ਕੀ ਰਿਸਪੌਂਸਿਬਿਲਿਟੀ ਸਮਝਦੇ ਹੋ ਕਿ ਗਵਰਨਮੈਂਟ ਦੀ ਲੈ ਕੇ ਇਹਦੇ 'ਚ, ਜਾਂ ਅਸੀਂ ਲੋਕ ਇੰਨੇ ਅਵੇਅਰ ਨਹੀਂ ਆ? ਕਿਉਂਕਿ ਸਾਨੂੰ ਕਨਸਟੀਟਿਊਸ਼ਨ ਨੇ ਬਹੁਤ ਕੁਝ ਦਿੱਤਾ ਹੋਇਆ ਹੈ ਲੇਕਿਨ ਅਸੀਂ ਅਵੇਅਰ ਨਹੀਂ ਆ, ਤਾਂ ਇਹ ਕਿੱਥੇ ਲੈ ਕੇ ਆਏ ਇਹ ਚੀਜ਼? ਫਿਰ ਮੈਮ, ਗਵਰਨਮੈਂਟ ਨੋ ਡਾਊਟ, ਗਵਰਨਮੈਂਟ ਕਾਫੀ ਸਾਰੇ ਸੈਮੀਨਾਰਸ ਕੰਡਕਟ ਕਰਾਉਂਦੀ ਹੈ ਟੂ ਟੈਲ ਪੀਪਲ, ਬਟ ਇਸ 'ਚ ਇੱਕ ਬੜੀ ਵੱਡੀ ਚੀਜ਼ ਹੈ ਕਿ ਕੁੜੀਆਂ ਡਰ ਜਾਂਦੀਆਂ ਯੂਜੂਲੀ, ਬਿਕਾਜ਼ ਵੀ ਆਰ ਵਰਕਿੰਗ ਇਨ ਦ ਸੇਮ ਆਰਗੇਨਾਈਜ਼ੇਸ਼ਨ। ਸਾਹਮਣੇ ਨਹੀਂ ਆਉਂਦੇ ਉਹ ਕੁੜੀਆਂ ਨਾ, ਡਰ ਜਾਂਦੀ ਹੈ ਕਿ ਸਾਡਾ ਫੇਸ ਸਾਹਮਣੇ ਆਏਗਾ
ਰਿਵੀਲ ਹੋ ਜਾਏਗਾ ਤਾਂ ਸਾਨੂੰ ਹੋਰ ਸੋਸਾਇਟੀ ਵਾਲੇ ਜਿਹੜੇ ਬੰਦੇ ਆ ਉਹ ਹੋਰ ਹਰਾਸ ਕਰਨਗੇ। ਬਿਲਕੁਲ ਮੈਮ, ਇਹ 'ਚ ਸੋਸਾਇਟੀ ਦਾ ਇੱਕ ਬਹੁਤ ਵੱਡਾ ਰੋਲ ਹੈ। ਸੋਸਾਇਟੀ ਹੈਜ਼ ਟੂ ਸਪੋਰਟ ਦੋਜ਼ ਗਰਲਸ ਆਲਸੋ ਕਿ ਇਫ ਸਮਬਡੀ ਇਜ਼ ਫੇਸਿੰਗ ਸੈਕਸ਼ੂਅਲ ਹਰਾਸਮੈਂਟ, ਸ਼ੀ ਇਜ਼ ਰੇਜ਼ਿੰਗ ਹਰ ਵੌਇਸ ਐਂਡ ਅੱਗੋਂ ਸੋਸਾਇਟੀ ਵੀ ਉਹਨੂੰ ਉਨਾ ਹੀ ਤੰਗ ਕਰੇ, ਇਟ ਬਿਕਮਸ ਵੈਰੀ ਡਿਫਿਕਲਟ। ਤੇ ਮੈਂ ਪੁੱਛਣਾ ਚਾਹਾਂਗੀ ਸੈਕਸੁਅਲ ਹਰਾਸਮੈਂਟ ਦੇ ਵਿੱਚ ਤੁਸੀਂ ਕਿੱਦਾਂ ਡਿਫਾਈਨ ਕਰਦੇ ਹੋ, ਮਤਲਬ ਕੀ ਚੀਜ਼ਾਂ ਆ ਜਾਂਦੀਆਂ ਨੇ ਇਹਦੇ ਵਿੱਚ? ਮੈਮ ਮੈਂ ਤੁਹਾਨੂੰ ਸੈਕਸ਼ੂਅਲ ਹਰਾਸਮੈਂਟ ਇਹੀ ਦੱਸਾਂਗੀ ਕਿ ਜੋ ਪੋਸ਼ ਦੇ ਵਿੱਚ ਐਗਜ਼ੈਕਟਲੀ ਡਿਫਾਈਨਡ ਹੈ, ਜਿਹਨੂੰ ਆਪਾਂ ਸੈਕਸ਼ੂਅਲ ਹਰਾਸਮੈਂਟ ਇਜ਼ ਨਾਟ ਓਨਲੀ ਫਿਜ਼ੀਕਲ ਟੱਚ, ਇਟ ਕੁਡ ਬੀ ਵਰਬਲ, ਇਟ ਕੁਡ ਬੀ ਨਾਨ ਵਰਬਲ। ਓਕੇ। ਹਾਂਜੀ, ਤੇ ਕਿਸੇ ਨੂੰ ਗਲਤ ਨਜ਼ਰ ਨਾਲ ਦੇਖਣਾ ਜਾਂ ਉਹਦੇ ਬਾਡੀ ਲੈਂਗੁਏਜ ਦਾ, ਮਤਲਬ ਇਹ ਵੀ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਕੰਸੀਡਰ ਹੁੰਦੇ ਆ ਬਿਲਕੁਲ ਚੀਜ਼ਾਂ ਨਾ? ਬਿਲਕੁਲ, ਕਿਸੇ ਨੂੰ ਤੁਸੀਂ ਗਲਤ ਰਿਮਾਰਕਸ ਦੇ ਰਹੇ ਹੋ, ਉਹਨੂੰ ਕਲਰਫੁਲ ਰਿਮਾਰਕਸ ਪਾਸ ਕਰ ਰਹੇ ਹੋ, ਉਹਦੀ ਬਾਡੀ ਸ਼ੇਮਿੰਗ ਕਰ ਰਹੇ ਹੋ, ਕਿਸੇ ਵੀ ਤਰ੍ਹਾਂ ਕੁਝ ਵੀ ਬੋਲ ਰਹੇ ਹੋ, ਕੁਝ ਕਹਿ ਰਹੇ ਹੋ, ਐਂਡ ਸਪੋਜ਼ ਤੁਸੀਂ ਕੁਝ ਕਿਹਾ ਵੀ ਨਹੀਂ ਹੈ ਬਟ ਕੁਝ ਜੈਸਚਰਸ ਇਦਾਂ ਦੇ ਕੀਤੇ ਹੈ which are very inappropriate, it is also covered under sexual harassment। ਤੇ ਮੈਮ ਇਹ ਅਸੀਂ ਆਮ ਦੇਖਦੇ ਹਾਂ ਜਦੋਂ ਅਸੀਂ ਕਿਸੇ ਵੀ ਸੋਸ਼ਲ ਵਰਕ ਦੇ ਵਿੱਚ ਜਾਂਦੇ ਹਾਂ, ਅਸੀਂ ਆਮ ਤੌਰ ਤੇ ਹੈ ਨਾ ਨਾਰਮਲ ਦੇਖਦੇ ਹਾਂ ਕਿ ਜੋ ਮੇਲ ਹੈ ਉਹ ਫੀਮੇਲਸ ਨੂੰ ਇੱਦਾਂ ਦੀ ਸ਼ਬਦਾਵਲੀ ਦਾ ਯੂਜ਼ ਕਰਦੇ, ਲੇਕਿਨ ਉਹ ਕੋਈ ਐਕਸ਼ਨ ਨਹੀਂ ਲੈਂਦੇ ਹੈਗੇ। ਤਾਂ ਮਤਲਬ ਕਿ ਇੰਨਾ ਡਰ ਕਿਉਂ ਬਣਿਆ ਹੋਇਆ? ਜੇ ਸਾਨੂੰ ਕਨਸਟੀਟਿਊਸ਼ਨ ਨੇ ਲਾਜ਼ ਦਿੱਤੇ ਹੈ, ਸਾਨੂੰ ਇੰਨਾ ਕੁਝ ਦਿੱਤਾ, ਤਾਂ ਔਰਤਾਂ ਤੁਹਾਨੂੰ ਕੀ ਲੱਗਦਾ ਕਿ ਆਵਾਜ਼ ਕਿਉਂ ਨਹੀਂ ਉਠਾ ਰਹੀਆਂ? ਕਿਸ ਚੀਜ਼ ਦਾ ਡਰ ਹੈ ਉਹਨਾਂ ਨੂੰ? ਮੈਮ ਐਰਚਨਾ, ਇਟ ਇਜ਼ ਨਾਟ ਓਨਲੀ ਲਾਅ ਵਿਚ ਹੈਜ਼ ਜਿੰਨੇ ਆਪਣਾ ਰੋਲ ਪਲੇ ਕਰਨਾ ਹੈ, ਇਟ ਇਜ਼ ਅ ਸੋਸਾਈਟਲ ਰਿਸਪੌਂਸਿਬਿਲਿਟੀ ਆਲਸੋ ਐਜ਼ ਅ ਸੋਸਾਇਟੀ ਵਟ ਵੀ ਆਰ ਡੂਇੰਗ। ਅਗਰ ਆਪਾਂ ਕਿਤੇ ਇਦਾਂ ਦੀ ਕੋਈ ਚੀਜ਼ ਦੇਖਦੇ ਹਾਂ ਤੇ ਆਪਾਂ ਕਦੀ ਆਵਾਜ਼ ਨਹੀਂ ਚੁੱਕਦੇ, ਅਸੀਂ ਨਹੀਂ ਚੁੱਕਦੇ। ਆਪਾਂ ਆਪਣੀ ਕੁੜੀਆਂ ਨੂੰ ਵੀ ਕਹਿੰਦੇ ਹਾਂ ਕਿ ਨਹੀਂ ਨਹੀਂ ਚੱਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਮੋਸਟਲੀ ਇਹਨਾਂ ਦੀ ਚੀਜ਼ਾਂ ਰਿਸ਼ਤੇਦਾਰਾਂ ਵੱਲੋਂ ਜਾਂ ਨੋਨ ਪਰਸਨ ਵੱਲੋਂ ਹੁੰਦੀਆਂ ਨੇ, ਤਾਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨਾਲ ਸਾਡੇ ਰਿਲੇਸ਼ਨ ਖਰਾਬ ਨਾ ਹੋਣ, ਉਹ ਕੰਟੀਨਿਊਟੀ 'ਚ ਬਣੇ ਰਹਿਣ, ਅਸੀਂ ਆਪਣੇ ਬੱਚਿਆਂ ਦੀ ਆਵਾਜ਼ ਜਾਂ ਆਪਣੇ ਰਿਲੇਟਿਵਸ ਦੀ ਆਵਾਜ਼ ਨੂੰ ਜਿਹੜਾ ਦੱਬ ਲਈਏ। ਮੈਮ ਦੇਖੋ ਸਰਕਾਰ ਨੇ ਤਾਂ ਲਾਅ ਬਣਾਤਾ, देयर इज ਲਾਅ, देयर इज ਜੁਡੀਸ਼ਰੀ, देयर आर ਸੋ ਮੈਨੀ ਕਮੇਟੀਜ਼, ਬਟ ਜਿੰਨੀ ਦੇਰ ਆਪਾਂ ਐਜ਼ ਅ ਸੋਸਾਇਟੀ ਆਪਣੀ ਰਿਸਪੌਂਸਿਬਿਲਿਟੀ ਨਹੀਂ ਸਮਝਾਂਗੇ, ਆਪਾਂ ਇਸ ਸਿਚੁਏਸ਼ਨ ਨੂੰ ਠੀਕ ਨਹੀਂ ਕਰ ਪਾਵਾਂਗੇ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸੋਸਾਇਟੀ ਜਿਹੜੀ ਹੈ ਜ਼ਿਆਦਾ ਜ਼ਿੰਮੇਵਾਰ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਬਿਲਕੁਲ। ਕਿਉਂਕਿ ਦੇਖੋ ਜੇ ਆਪਾਂ ਆਰਟੀਕਲਸ ਦੀ ਗੱਲ ਕਰੀਏ ਤਾਂ ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम ਆਰਟੀਕਲ 14 ਔਰ 21 ਚ ਸਾਨੂੰ ਦਿੱਤੇ ਹੋਏ ਆ, ਬਟ ਉਹ ਇੰਪਲੀਮੈਂਟ ਕਿਵੇਂ ਹੋਣਗੇ? ਉਹ ਗਵਰਨਮੈਂਟ ਨੇ ਨਹੀਂ ਕਰਨੇ, ਉਹ ਅਸੀਂ ਕਰਨੇ ਆ। ਰਾਈਟ, ਹੈ ਨਾ? ਬਿਲਕੁਲ ਠੀਕ ਗੱਲ ਹੈ। ਅਗਰ ਆਪਾਂ ਆਪਣੀ ਰਿਸਪੌਂਸਿਬਿਲਿਟੀ ਨਹੀਂ ਸਮਝਾਂਗੇ ਇਹਨਾਂ ਚੀਜ਼ਾਂ ਨੂੰ ਲੈ ਕੇ, ਲਾਅ ਕੈਨ ਨਾਟ ਡੂ ਐਵਰੀਥਿੰਗ, ਉਹਨੂੰ ਚਲਾਉਣਾ ਤੇ ਆਪਾਂ ਹੀ ਹੈ। ਹਾਂਜੀ, ਲਾਅ ਤੇ ਬਣ ਗਿਆ, ਹਾਊ ਟੂ ਵਰਕ ਔਨ ਦਿਸ ਹੈਜ਼ ਟੂ ਬੀ ਡਨ ਬਾਈ ਅਸ ਓਨਲੀ, ਹੈ ਨਾ? ਮਤਲਬ ਮੈਂ ਤਾਂ ਆਈ ਵਿਲ ਡੈਫੀਨਿਟਲੀ ਸੇ ਕਿ ਆਪਾਂ ਆਪਣੀ ਕੁੜੀਆਂ ਨੂੰ ਵੀ ਸਮਝਾਈਏ ਕਿ ਦੇ ਸ਼ੁਡ ਰੇਜ਼ ਵੌਇਸ ਅਗੇਂਸਟ ਦਿਸ, ਤੇ ਮੁੰਡਿਆਂ ਨੂੰ ਵੀ ਸਮਝਾਈਏ ਕਿ ਯੂ ਸ਼ੁਡ ਨਾਟ ਗੈਟ ਇਨਟੂ ਐਨੀ ਦਿਸ ਕਾਈਂਡ ਆਫ ਸਟਫ। ਯੈਸ। ਤੇ ਮੈਮ ਕਦੀ ਕਿਸੇ ਕੇਸ 'ਚ ਆਪਾਂ ਇਹ ਵੀ ਦੇਖਦੇ ਹਾਂ ਕਿ ਇਹ ਜਿਹੜੇ ਲਾਜ਼ ਬਣੇ ਹੋਏ ਨੇ ਇਹਦਾ ਗਲਤ ਫਾਇਦਾ ਕੁੜੀਆਂ ਵੱਲੋਂ ਉਠਾਇਆ ਜਾਂਦਾ ਹੈ ਜਾਂ ਲੇਡੀਜ਼ ਵੱਲੋਂ ਉਠਾਇਆ ਜਾਂਦਾ ਹੈ, ਠੀਕ ਹੈ? ਉਹ ਆਪਣੀ ਕੋਈ ਪਰਸਨਲ ਕੋਈ ਰੰਜਿਸ਼ ਕਰਕੇ ਉਹ ਬਲੇਮ ਲਗਾ ਦਿੰਦੇ ਆ, ਤਾਂ ਉਹਦੇ ਤੋਂ ਵੀ ਬਚਿਆ ਜਾ ਸਕਦਾ ਜਾਂ ਉਹ ਮੇਲ ਹੈ ਉਸ ਵਿੱਚ ਫਸ ਕੇ ਰਹਿ ਜਾਂਦਾ? ਨਹੀਂ ਮੈਮ, ਇੱਦਾਂ ਨਹੀਂ ਹੈ, ਐਕਟ ਦੇ ਵਿੱਚ ਇਟਸੈਲਫ ਦਿੱਤਾ ਗਿਆ ਹੈ। ਤੇ ਇਹ ਕਿੱਦਾਂ ਡਿਫਾਈਨ ਹੁੰਦਾ ਹੈ ਕੌਣ ਕਿ ਇਹ ਸਹੀ ਮਾਮਲਾ ਸੀ ਜਾਂ ਮਤਲਬ ਕਿ ਗਲਤ ਉਹ ਉਹਦੇ 'ਚ ਫਸ ਗਈ? ਮੈਮ ਆਈਸੀ ਤੁਹਾਨੂੰ ਮੈਂ ਦੱਸਿਆ ਜਿੱਦਾਂ ਸਟਾਰਟਿੰਗ 'ਚ ਕਿ ਇੰਟਰਨਲ ਕਮੇਟੀ ਹੋਣੀ ਜ਼ਰੂਰੀ ਹੈ। ਇੰਟਰਨਲ ਕਮੇਟੀ ਦੀ ਹੀ ਡਿਊਟੀ ਹੈ ਕਿ ਉਹ ਪੂਰੀ ਇਨਕੁਆਇਰੀ ਕਰਨਗੇ ਕਿ ਵਟ ਐਵਰ ਕੰਪਲੇਂਟ ਹੈਜ਼ ਬੀਨ ਮੂਵਡ ਉਹ ਸਹੀ ਹੈ ਕਿ ਗਲਤ ਹੈ, ਤੇ ਅਗਰ ਉਹ ਗਲਤ ਹੈ ਤੇ ਉਹਨੂੰ ਪੋਸ਼ ਦੇ ਅੰਡਰ ਹੀ ਕੁੜੀ ਨੂੰ ਵੀ ਪੀਨਲ ਕੋਰਟ ਦੇ ਅਕੋਰਡਿੰਗ ਹਾਂਜੀ ਕਰਨਾ ਪੈਂਦਾ, ਪੀਨਲ ਸਰਕਮਸਟੈਂਸਸ ਫੇਸ ਕਰਨੇ ਪੈਂਦੇ। ਅੱਛਾ ਮੈਮ, ਜਿਨ੍ਹਾਂ ਕੰਪਨੀਆਂ ਦੇ ਵਿੱਚ ਆਈਸੀ ਕਮੇਟੀ ਨਹੀਂ ਹੈ ਤੇ ਉਹ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕਿਵੇਂ ਸੌਰਟ ਆਊਟ ਕਰਦੇ ਨੇ? ਮੈਮ ਇਹਦੇ ਵਾਸਤੇ ਇੱਕ ਹੋਰ ਪ੍ਰੋਵੀਜ਼ਨ ਹੈ ਸਾਡੇ ਕੋਲ, LC, ਦੈਟ ਇਜ਼ ਲੋਕਲ ਕਮੇਟੀ, ਜਿਨ੍ਹਾਂ ਦੇ ਕੰਪਨੀਜ਼ 'ਚ ਆਈਸੀ ਨਹੀਂ ਹੈ ਜਾਂ ਜਿਨ੍ਹਾਂ 'ਚ 10 ਇੰਪਲੋਈਜ਼ ਤੋਂ ਘੱਟ ਹੈ। ਜਿੱਦਾਂ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ, ਜਿਨ੍ਹਾਂ ਦੇ 10 ਤੋਂ ਜ਼ਿਆਦਾ ਇੰਪਲੋਈਜ਼ ਨੇ ਉਹਨਾਂ ਨੂੰ ਮੈਂਡੇਟਰੀ ਹੈ ਆਈਸੀ ਬਣਾਉਣਾ, ਪਰ ਜਿਨ੍ਹਾਂ 'ਚ 10 ਤੋਂ ਘੱਟ ਨੇ ਜਾਂ ਜਿਹੜੇ ਅਨਆਰਗੇਨਾਈਜ਼ਡ ਸੈਕਟਰਸ ਨੇ ਕਈ, ਉਹਨਾਂ ਵਾਸਤੇ ਵੀ ਹੈਵ LC ਕਮੇਟੀ, ਦੈਟ ਇਜ਼ ਲੋਕਲ ਕਮੇਟੀ। ਉਹ ਡਿਸਟ੍ਰਿਕਟ ਲੈਵਲ ਤੇ ਹਰ ਡਿਸਟ੍ਰਿਕਟ ਲੈਵਲ ਤੇ ਇੱਕ ਲੋਕਲ ਕਮੇਟੀ ਬਣਾਈ ਗਈ ਹੈ ਜੋ ਕਿ ਗਵਰਨਮੈਂਟ ਬਣਾਉਂਦੀ ਹੈ ਉੱਥੋਂ ਦੀ। ਤੇ ਤੁਸੀਂ ਜਦੋਂ ਅਨਆਰਗੇਨਾਈਜ਼ਡ ਸੈਕਟਰ 'ਚੋਂ ਜਾਂ ਕੋਈ ਵੀ ਇੱਦਾਂ ਦੀ ਆਰਗੇਨਾਈਜੇਸ਼ਨ 'ਚੋਂ ਜਿੱਥੇ ਆਈਸੀ ਕਮੇਟੀ ਨਹੀਂ ਹੈ, ਤੇ ਤੁਸੀਂ ਯੂ ਕੈਨ ਰਿਪੋਰਟ ਟੂ ਲੋਕਲ ਕਮੇਟੀ। ਓਕੇ। ਤੇ ਮੈਮ ਤੁਸੀਂ ਵਿਮਨ ਹੋ, ਐਡਵੋਕੇਟ ਹੋ, ਕਿ ਤੁਸੀਂ ਵੀ ਮਤਲਬ ਕਿ ਤੁਹਾਨੂੰ ਕਦੀ ਕਿਸੇ ਨੇ ਅਪਰੋਚ ਕੀਤਾ ਇੱਦਾਂ, ਜਾਂ ਮਤਲਬ ਕਿ ਕਿਸੇ ਨੇ ਡਿਸਕਸ ਕੀਤਾ ਹੋਵੇ ਇੱਦਾਂ ਦਾ ਕੇਸ ਜਿਹਦੇ ਨਾਲ ਇੱਦਾਂ ਦੀ ਹਰਾਸਮੈਂਟ ਹੋਈ ਹੋਵੇ, ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਰਾਈਟ ਮੈਮ, ਯੂਜੂਅਲੀ ਵੈਸੇ ਤਾਂ ਲੋਕੀ ਬਹੁਤ ਘੱਟ ਡਿਸਕਸ ਕਰਦੇ ਆ, ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਕਿ ਨਾ ਹੀ ਦੱਸੀਏ, ਗੱਲ ਚੁੱਕੀ ਜਾਏਗੀ। ਬਟ ਮੈਂ ਇੱਕ ਇਨਸੀਡੈਂਟ ਦੱਸਣਾ ਚਾਹਾਂਗੀ। ਮੇਰੀ ਘਰ 'ਚ ਜਿਹੜੀ ਮੇਰੀ ਮੇਡ ਹੈ, ਸ਼ੀ ਟੋਲਡ ਮੀ ਵਨ ਡੇ ਕਿ ਉਹਦੀ ਡਾਟਰ ਦੇ ਨਾਲ
ਉਹਦੇ ਸਕੂਲ 'ਚ ਉਹਦੇ ਟੀਚਰ ਨੇ ਉਹਨੂੰ ਹਰਾਸ ਕੀਤਾ ਹੈ ਜਾਂ ਇਨਐਪਰੋਪ੍ਰੀਏਟਲੀ ਟੱਚ ਕੀਤਾ ਹੈ, ਪਲੱਸ ਓਕੇ, ਉਹਨੂੰ ਬਹੁਤ ਗਲਤ ਕਿਉਂਕਿ ਗਲਤ ਮੋਸਟਲੀ ਚੀਜ਼ਾਂ ਸਕੂਲਾਂ 'ਚ ਕਹੀਆਂ ਨੇ। ਇੱਦਾਂ ਹੋ ਜਾਂਦੀਆਂ ਗਲਤੀਆਂ ਕਿ ਬਿਲਕੁਲ ਬੱਚੇ ਬਹੁਤ ਛੋਟੇ ਹੁੰਦੇ ਆ, ਉਹ ਅਵੇਅਰ ਨਹੀਂ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਸਹੀ ਹੋ ਰਿਹਾ ਹੈ ਜਾਂ ਗਲਤ। ਬਿਲਕੁਲ ਮੈਮ, ਬੱਚੇ ਉੱਤੋਂ ਘਬਰਾ ਜਾਂਦੇ ਆ, ਬੱਚੇ ਦੱਸ ਵੀ ਨਹੀਂ ਪਾਉਂਦੇ ਕਿ ਮੈਨੂੰ ਹੀ ਨਾ ਕੁਝ ਕਹਿ ਦੇਣ, ਹਾਂ, ਕਰਦੇ ਪੇਰੈਂਟਸ ਹੀ ਨਾ ਡਾਂਟਣ, ਦੇ ਆਰ ਮੋਰ ਅਫਰੇਡ। ਉਹ ਕੁੜੀਆਂ ਜ਼ਿਆਦਾ ਡਰੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਮੈਮ। ਨੂੰ ਲੈ ਕੇ। ਤੇ ਦੈਨ ਸ਼ੀ ਟੋਲਡ ਮੀ, ਓਕੇ, ਉਹਨੂੰ ਮੈਂ ਇੱਦਾਂ ਕਿਹਾ ਕਿ ਤੁਹਾਨੂੰ ਕੰਪਲੇਂਟ ਮੂਵ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਉਹ ਵੀ ਰਿਲੈਕਟੈਂਟ ਸੀਗੀ ਕਿ ਨਹੀਂ ਮੈਂ ਨਹੀਂ ਕਰ ਸਕਦੀ, ਸਾਡੀ ਕੌਣ ਸੁਣੂਗਾ। ਸ਼ੀ ਵਾਸ ਲਾਈਕ ਦਿਸ, ਸਾਡੀ ਕੌਣ ਸੁਣੂਗਾ, ਉਹ ਤੇ ਟੀਚਰ ਹੈ, ਉਹ ਐਡੀ ਵੱਡੀ ਪੋਜੀਸ਼ਨ ਤੇ ਬੈਠਾ ਹੈ, ਮੇਰੀ ਕੌਣ ਸੁਣੇਗਾ। ਬਟ ਦੈਨ ਆਈ ਪਰਸਿਊਡ, ਆਪਾਂ ਨੂੰ, ਮੈਂ ਉਹਨੂੰ ਕਹਿ ਕੇ ਉਹਦੀ ਕੰਪਲੇਂਟ ਮੈਂ ਖੁਦ ਬਣਾ ਕੇ ਦਿੱਤੀ, ਖੁਦ ਮੂਵ ਕਰਵਾਈ। ਸੋ ਇਵੈਂਚੁਅਲੀ ਉਹ ਕੰਪਲੇਂਟ ਚੱਲੀ ਕੁਝ ਮਹੀਨੇ, ਤੇ ਇਵੈਂਚੁਅਲੀ ਫਿਰ ਹੌਲੀ ਹੌਲੀ ਮੈਮ ਸਾਨੂੰ ਪਤਾ ਲੱਗਾ ਕਿ ਉਹ ਟੀਚਰ ਨੇ ਸਿਰਫ ਇਹਦੇ ਨਾਲ ਹੀ ਨਹੀਂ, ਹੋਰ ਕਾਫੀ ਕੁੜੀਆਂ ਨਾਲ ਵੀ, ਕਿਉਂਕਿ ਇੱਕ ਵਾਰੀ ਲੀਡ ਕਰਨ ਦੀ ਜ਼ਰੂਰਤ ਹੁੰਦੀ ਹੈ, ਬਾਕੀ ਫਿਰ ਹੋਰ ਜਿਹੜੀਆਂ ਹੁੰਦੀਆਂ ਨੇ ਉਹ ਵੀ ਅੱਗੇ ਆ ਕੇ ਦੱਸਦੇ ਆ ਕਿ ਸਾਡੇ ਨਾਲ ਏਦਾਂ ਹੋਇਆ। ਰਾਈਟ, ਇਵੈਂਚੁਅਲੀ ਦੈਟ ਟੀਚਰ ਵਾਸ ਸਸਪੈਂਡਡ from the school, ਉਹਦੇ ਖਿਲਾਫ ਐਕਸ਼ਨ ਲਿਆ ਗਿਆ। and now ਜੋ ਕੁੜੀ 'ਚ ਉਸ ਤੋਂ ਬਾਅਦ ਜਿਹੜਾ ਕੌਨਫੀਡੈਂਸ ਆਇਆ ਹੈ ਕਿ ਹਾਂ ਮੈਨੂੰ ਹੁਣ ਕੁਝ ਪਤਾ ਤੇ ਮੈਂ I have to raise voice against it, ਅਵੇਅਰ ਹੋ ਗਈ ਨਾ, ਉਹਨੂੰ ਨੌਲੇਜ ਮਿਲ ਗਈ। ਇੱਕ ਜਣੀ ਅਵੇਅਰ ਹੋਈ, ਉਹਨੇ ਆਪਣੇ ਨਾਲ ਦੀਆਂ 10 ਜਣੇ ਨੂੰ ਹੋਰ ਅਵੇਅਰ ਕੀਤਾ ਕਿ ਅਸੀਂ ਇਹਦੇ ਖਿਲਾਫ ਜਿਹੜਾ ਹੈ ਐਕਸ਼ਨ ਲੈ ਸਕਦੇ ਹਾਂ, ਰਾਈਟ ਹੈ ਨਾ। ਤੇ ਮੈਮ ਲਾਸਟ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕੋਈ ਐਸੀ ਐਡਵਾਈਸ ਜਿਹੜੀ ਤੁਸੀਂ ਦੇਣਾ ਚਾਹੋਗੇ ਜਿਹਦੇ ਨਾਲ ਅਸੀਂ ਆਪਣੀ ਵੂਮਨ ਐਮਪਾਵਰਮੈਂਟ ਨੂੰ ਜਿਹੜਾ ਅੱਗੇ ਵਧਾਈਏ ਤੇ ਉਹਨਾਂ ਨੂੰ ਕੋਈ ਐਡਵਾਈਸ ਮਿਲੇ, ਅਵੇਅਰ ਹੋਣ ਇਸ ਚੀਜ਼ ਤੋਂ ਲੈ ਕੇ ਕਿ ਅਸੀਂ ਕਿਵੇਂ ਸੁਰੱਖਿਆ ਪ੍ਰਾਪਤ ਕਰ ਸਕਦੇ ਹਾਂ ਜੇ ਕਿਸੇ ਨਾਲ ਇੱਦਾਂ ਦੀ ਹਰਾਸਮੈਂਟ ਹੋਵੇ, ਕਿਵੇਂ ਰੋਕ ਸਕਦੇ ਹਾਂ ਇਸ ਚੀਜ਼ ਨੂੰ। ਬਿਲਕੁਲ ਮੈਮ, ਮੇਰਾ ਮੰਨਣਾ ਹੈ ਕਿ ਵੀ ਹੈਵ ਟੂ ਸਟਾਰਟ ਇਟ ਫਰਮ ਗ੍ਰਾਸ ਰੂਟ ਲੈਵਲ। ਆਪਾਂ ਸਕੂਲਸ ਤੇ ਜਾਂ ਗਵਰਨਮੈਂਟਸ ਤੇ ਡਿਪੈਂਡ ਨਾ ਹੋਈਏ ਸਭ ਤੋਂ ਪਹਿਲਾਂ। ਤੇ ਮੇਰਾ ਮੰਨਣਾ ਇੱਦਾਂ ਕਿ ਐਜੂਕੇਸ਼ਨ ਜਿਹੜੀ ਹੈ ਨਾ, ਐਜੂਕੇਸ਼ਨ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰੋਂ ਮਿਲਦੀ ਹੈ। ਬਿਲਕੁਲ ਸਹੀ ਹੈ। ਆਪਾਂ ਜਦੋਂ ਬੱਚਾ ਛੋਟਾ ਹੈ, ਭਾਵੇਂ ਉਹ ਕੁੜੀ ਹੈ ਭਾਵੇਂ ਉਹ ਮੁੰਡਾ ਹੈ, ਆਪਾਂ ਉਹਨੂੰ ਛੋਟੇ ਹੁੰਦੇ ਘਰੋਂ ਹੀ ਇਹ ਚੀਜ਼ਾਂ ਸਮਝਾਉਣੀਆਂ ਸ਼ੁਰੂ ਕਰੀਏ ਕਿ what is good touch, what is bad touch, and if something like this is happening ਤੇ ਤੁਸੀਂ ਕਿਹਨੂੰ ਦੱਸਣਾ ਹੈ। ਆਪਾਂ ਬੱਚਿਆਂ ਨਾਲ ਇੰਨਾ ਪਿਆਰ ਬਣਾ ਕੇ ਰੱਖੀਏ ਕਿ ਬੱਚਾ ਤੁਹਾਨੂੰ ਕੁਝ ਦੱਸਣ ਤੱਕ ਘਬਰਾਏ ਨਾ, ਝਿਜਕੇ ਨਾ ਕਿ ਮੈਨੂੰ ਕਿਸੇ ਨੇ ਕੁਝ ਏਦਾਂ ਕਿਹਾ ਹੈ ਜਾਂ ਕੁਝ ਏਦਾਂ ਦਾ ਕੀਤਾ ਮੇਰੇ ਨਾਲ। ਸੋ ਦਿਸ ਸ਼ੁੱਡ ਬੀ ਆਈ ਥਿੰਕ ਦ ਫਰਸਟ ਸਟੈਪ। ਐਂਡ ਇਹ ਚੀਜ਼ ਆਪਾਂ ਸਿਰਫ ਕੁੜੀਆਂ ਨਾਲ ਨਹੀਂ ਕਰਨੀ, ਸਾਨੂੰ ਮੁੰਡਿਆਂ ਨੂੰ ਸਮਝਾਉਣਾ ਵੀ ਬਹੁਤ ਜ਼ਰੂਰੀ ਹੈ। women empowerment is something which cannot only happen with women, you need men for this। ਜਿਹੜੀ ਮੈਨ ਡੋਮੀਨੇਟਿੰਗ ਸੋਸਾਇਟੀ ਹੈ, ਜਿਹੜੇ ਲੋਕਾਂ ਦੇ ਵਿੱਚ ਸੋਚ ਹੈ ਔਰ ਰੂੜੀਵਾਦੀ ਸੋਚ ਹੈ, ਉਹਨੂੰ ਵੀ ਹਟਾਉਣ ਦੀ ਲੋੜ ਹੈ। ਤੇ ਉਹਨੂੰ ਸਿਰਫ ਕੁੜੀਆਂ ਨਹੀਂ ਹਟਾ ਸਕਦੀਆਂ, ਮੁੰਡਿਆਂ ਨੂੰ ਵੀ ਉਹ ਤੇ ਕੰਮ ਕਰਨਾ ਪਊਗਾ। they have a good role to play in this। ਹਾਂਜੀ ਹਾਂਜੀ, ਕਿ ਕਨਸਟੀਟਿਊਸ਼ਨ ਨੇ ਤਾਂ ਸਾਨੂੰ ਸਾਰੇ ਲਾਜ਼ ਦੇਤੇ, ਲੇਕਿਨ ਇੰਪਲੀਮੈਂਟ ਕਿੱਥੋਂ ਹੋਣੇ ਆ? ਸਾਡੇ ਆਪਣੇ ਘਰੋਂ, ਆਪਣੀ ਸੋਸਾਇਟੀ ਦੇ ਅੰਦਰ। ਠੀਕ ਹੈ, ਤਾਂ ਇਹ ਸਾਰੇ ਇੰਟਰਲਿੰਕਡ ਹੁੰਦੇ ਆ। ਕੁਝ ਵੀ ਮੇਰੇ ਹਿਸਾਬ ਨਾਲ ਕੁਝ ਵੀ ਆਈਸੋਲੇਟ ਨਹੀਂ ਹੁੰਦਾ। ਜੇ ਸਾਡੇ ਪੋਲੀਟੀਕਲੀ ਸਾਨੂੰ ਕੁਝ ਰਾਈਟਸ ਮਿਲੇ ਹੋਏ ਆ ਤਾਂ ਉਹ ਫੁੱਲਫਿਲ ਤਾਂ ਹੀ ਹੋ ਸਕਦੇ ਆ ਜੇ ਅਸੀਂ ਉਹਨੂੰ ਸੋਸ਼ਲ ਐਸਪੈਕਟ ਦੇ ਨਾਲ ਪੂਰਾ ਕਰਾਂਗੇ। ਬਿਲਕੁਲ ਮੈਮ, ਆਪਾਂ ਨੂੰ ਪਹਿਲੇ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੁੱਕਣੀ ਪਊਗੀ ਕਿ ਆਪਾਂ ਇਹਨੂੰ ਆਪਣੇ ਲੈਵਲ ਤੇ ਰੋਕਾਂਗੇ, ਜਾਂ ਅਗਰ ਇਹ ਕੁਛ ਏਦਾਂ ਦਾ ਹੋ ਰਿਹਾ ਤੇ ਉਹਦੇ ਅਗੇਂਸਟ ਐਕਸ਼ਨ ਲਵਾਂਗੇ। ਆਪਾਂ ਲੋਕ ਖੁਦ ਪਹਿਲੇ ਚੁੱਪ ਹੋ ਜਾਂਦੇ ਆ, ਆਪਾਂ ਕੁੜੀਆਂ ਨੂੰ ਕਹਿ ਦਿੰਦੇ ਆ ਨਹੀਂ ਜੀ ਰਿਪੋਰਟ ਨਹੀਂ ਕਰਨਾ, ਐਵੇਂ ਮਹੱਲੇ 'ਚ ਗੱਲ ਹੋਊਗੀ, ਐ ਨਹੀਂ ਕਰਨਾ, ਤੇਰੇ ਨਾਲ ਕਿਸੇ ਨੇ ਵਿਆਹ ਨਹੀਂ ਹੋਏਗਾ, ਮੋਸਟਲੀ ਇਹੀ ਪੇਰੈਂਟਸ ਕਹਿੰਦੇ ਆ ਨਾ। ਹਾਂ, ਪੇਰੈਂਟਸ ਨੂੰ ਪਹਿਲੇ ਤੇ ਇਹ ਸੋਚ ਠੀਕ ਕਰਨੀ ਪਊਗੀ, ਇਫ ਸਮਥਿੰਗ ਰੋਂਗ ਇਜ਼ ਹੈਪਨਿੰਗ ਯੂ ਹੈਵ ਟੂ ਰੇਜ਼ ਅ ਵੌਇਸ ਅਗੇਂਸਟ ਇਟ, ਯੂ ਕੈਨ ਨਾਟ ਸਿਟ ਓਵਰ ਇਟ। ਫਿਰ ਆਪਾਂ ਬਾਅਦ ਚੋਂ ਆਪਾਂ ਸਰਕਾਰਾਂ ਨੂੰ ਕਹੀਏ ਕਿ ਸਰਕਾਰ ਗਲਤ ਹੈ ਜੀ, ਲਾਅ ਨਹੀਂ ਵਧੀਆ। ਯੂ ਹੈਵ ਟੂ ਸਟਾਰਟ ਇਟ ਫਰਮ ਯੂਰ ਹੋਮ। ਐਕਚੁਅਲੀ ਅਸੀਂ ਅਵੇਅਰ ਨਹੀਂ ਆ, ਲਾਜ਼ ਹੈਗੇ ਆ, ਸਭ ਕੁਝ ਹੈ, ਲੇਕਿਨ ਅਸੀਂ ਅਵੇਅਰ ਨੇ ਇਸ ਚੀਜ਼ ਨੂੰ ਲੈ ਕੇ। ਮੈਮ, ਇੰਟਰਨਲ ਕਮੇਟੀ ਦੇ ਸਾਰੇ ਮੈਂਬਰਸ ਜੋ ਨੇ ਉਹ ਕੰਪਨੀਜ਼ ਦੇ ਵਿੱਚੋਂ ਹੀ ਹੁੰਦੇ ਨੇ, ਤੇ ਕਿ ਇਹ ਜ਼ਿਆਦਾ ਚਾਂਸਿਸ ਨਹੀਂ ਹੈ ਕਿ ਉਹ ਇਸ ਚੀਜ਼ ਨੂੰ ਲੈ ਕੇ ਪਾਰਸ਼ਲ ਹੋ ਜਾਣ? ਨਹੀਂ ਮੈਮ, ਪਹਿਲੇ ਤਾਂ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਕਰੈਕਟ ਕਰਾਂਗੀ। ਇੰਟਰਨਲ ਕਮੇਟੀ ਦੇ ਸਾਰੇ ਮੈਂਬਰਸ ਕੰਪਨੀ ਦੇ ਨਹੀਂ ਹੁੰਦੇ। ਗਵਰਨਮੈਂਟ ਨੇ ਇਸ ਐਕਟ ਨੂੰ ਬਣਾਉਂਦੇ ਹੋਏ ਬੜੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ। ਔਰ ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਚੇਅਰਪਰਸਨ ਸ਼ੈਲ ਬੀ ਅ ਵੂਮਨ, ਉਹ ਵੀ ਕੰਪਨੀ ਦੇ ਹੁੰਦੇ ਆ। ਉਸ ਤੋਂ ਬਾਅਦ ਦੇयर ਵਿਲ ਬੀ 2 ਮੈਂਬਰਸ ਹੂ ਆਰ ਅਮੰਗ ਦੀ ਕੰਪਨੀ ਇਟਸੈਲਫ, ਐਂਡ ਇੱਕ ਮੈਂਬਰ should be not from the company, ਉਹ ਕਿਸੇ NGO ਦਾ ਹੋ ਸਕਦਾ ਹੈ ਜਾਂ ਕੋਈ ਲਾਇਰ ਹੋ ਸਕਦੇ ਹੈ, ਕਿਸੇ ਵੀ ਰਜਿਸਟਰਡ NGO। ਹਾਂਜੀ, ਜਿਹੜੇ ਕਿ ਫॉर ਵੂਮਨ ਐਮਪਾਵਰਮੈਂਟ ਜਾਂ ਫॉर ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਲਈ ਕੰਮ ਕਰ ਰਹੇ ਨੇ, ਉੱਥੋਂ ਦਾ ਇੱਕ ਮੈਂਬਰ ਹੋਏਗਾ। ਐਂਡ ਮੋਰ ਓਵਰ ਜਿਹੜੀ ਮੈਮ ਤੁਸੀਂ ਗੱਲ ਕੀਤੀ ਹੈ ਕਿ ਉਹ ਬਾਇਸਡ ਹੋ ਸਕਦੇ ਹੈ, ਉਹਦੇ ਲਈ ਵੀ ਇੱਕ ਰੂਲ ਹੈ ਕਿ ਕੋਈ ਵੀ IC ਦਾ ਮੈਂਬਰ ਹੈ ਕਿ ਉਹਦੀ ਇੱਕ ਟਰਮ ਹੈ, ਉਹ 3 ਸਾਲ ਤੱਕ ਹੀ IC ਦਾ ਮੈਂਬਰ ਹੈ। 3 ਸਾਲ ਤੋਂ ਬਾਅਦ ਉਹ ਚੇਂਜ ਹੋਏਗਾ। ਠੀਕ ਹੈ, ਸੋ ਦੈਟ ਕਿ ਮੋਨੋਪੋਲੀ ਜਿਹੜੀ ਉਹ ਨਾ ਹੋਵੇ। ਬਿਲਕੁਲ। ਠੀਕ ਹੈ। ਤੇ ਮੈਮ, ਇਹਦੇ ਵਿੱਚ ਜਦੋਂ ਕੋਈ ਐਕਸ਼ਨ ਲਿਆ ਜਾਂਦਾ ਹੈ ਤਾਂ ਉਸ ਕੇਸ ਦੀ ਡਿਊਰੇਸ਼ਨ ਦੇ ਵਿੱਚ, ਠੀਕ ਹੈ, ਉਹ ਪਰਟੀਕੂਲਰ ਐਕਿਊਜ਼ ਜੋ ਹੈ ਇੱਕ ਦੂਜੇ ਦੇ ਸਾਹਮਣੇ ਜਦੋਂ ਰਹਿੰਦੇ ਆ ਤਾਂ
ਉੱਦਾਂ ਦਾ ਹੀ ਇਨਵਾਇਰਨਮੈਂਟ ਕ੍ਰੀਏਟ ਹੁੰਦਾ ਹੈ, ਉਹ ਕੁੜੀ ਨੂੰ ਫਿਰ ਉਹ ਹਰਾਸਮੈਂਟ ਸਹਿਣੀ ਪੈਂਦੀ ਹੈ ਕਿ ਇਹਦੇ ਵਾਸਤੇ ਵੀ ਕੁਝ ਲੋ ਹੈ ਕਿ ਇੱਕੋ ਹੀ ਵਰਕ ਪਲੇਸ ਦੇ ਵਿੱਚ ਉਹ ਆਮੋ ਸਾਹਮਣੇ ਨਾ ਹੋਣ। ਜੀ ਏਦਾਂ ਦਾ ਵੀ ਮੈਮ ਕੁਛ? ਬਿਲਕੁਲ, ਜਦੋਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਦੋਂ ਕਿਸੇ ਨੇ ਕੰਪਲੇਂਟ ਮੂਵ ਕਰਤੀ ਹਾਂ ਤੇ ਉਸੇ ਵਰਕ ਪਲੇਸ 'ਚ ਉਹੀ EMPLOYER ਨੂੰ Same ਡੇਲੀ person ਦੇ ਰਿਪੋਰਟ ਨਾਲ। ਕਰਨਾ ਹਾਂ, ਹਾਂ, ਹਾਂ। ਬਹੁਤ ਔਕਵਰਡ ਸਿਚੁਏਸ਼ਨ ਹੋ ਹਾਂ, ਜਾਂਦੀ ਹੈ। ਹਾਂ। ਉਹਦੇ ਵਾਸਤੇ ਵੀ ਹੈਵ ਪ੍ਰੋਵੀਜ਼ਨ ਇਨ ਪੋਸ਼ ਕਿ ਓਕੇ ਜਦੋਂ ਕੁੜੀ ਨੇ ਕੰਪਲੇਂਟ ਮੂਵ ਕੀਤੀ ਹੈ ਉਹਦੇ 'ਚ ਜਾਂ ਤੇ ਕੁੜੀ ਦੀ ਟ੍ਰਾਂਸਫਰ ਕਰ ਦਿੰਦੇ ਕਿਸੇ ਹੋਰ Okay. ਵਰਕ ਪਲੇਸ ਤੇ ਜਿੱਥੇ ਸ਼ੀ Okay. ਵਿਲ ਬੀ ਮੋਰ ਕੰਫਰਟੇਬਲ, ਓਕੇ ਜਾਂ ਤੇ ਉਹਨੂੰ ਅਗਰ ਕੋਈ ਹੋਰ ਵਰਕ ਪਲੇਸ ਨਹੀਂ ਹੈ ਉਹਨੂੰ 3 ਮਹੀਨੇ ਤੱਕ ਦੀ ਛੁੱਟੀਆਂ ਦੇ ਸਕਦੇ ਨੇ ਐਸ ਪਰ ਪੋਸ਼ ਐਕਟ, ਓਕੇ ਜਾਂ ਜਿਹਦੇ ਅਗੇਂਸਟ ਉਹਨੇ ਕੰਪਲੇਂਟ ਮੂਵ ਕੀਤੀ ਹੈ ਉਹਨੂੰ ਵੀ ਰਿਸਟ੍ਰੇਨ ਕਰ ਸਕਦੇ ਆ ਕਿ ਉਹ ਵੀ ਆਫਿਸ ਨਾ ਆਵੇ। ਓਕੇ ਮਤਲਬ ਇਹ ਪ੍ਰੋਵੀਜ਼ਨ ਹੈ। ਬਿਲਕੁਲ ਤੇ ਮੈਮ। ਮੈਮ ਜਦੋਂ ਕੋਈ ਐਕਸ਼ਨ ਲਿਆ ਜਾਂਦਾ ਉਸ ਪਾਰਟਿਕੂਲਰ ਪਰਸਨ ਦੇ ਉੱਪਰ ਤਾਂ ਕਿੱਦਾਂ ਦੀ ਪਨਿਸ਼ਮੈਂਟ ਉਹਨੂੰ ਮਿਲਦੀ ਹੈ, ਮਤਲਬ ਕੀ ਕੇਸ ਦੇ ਅੱਗੇ ਕੀ ਪਰਸਿਊ ਹੁੰਦਾ ਹੈ ਕਿੱਦਾਂ? ਮੈਮ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਦਿਸ ਇਜ਼ ਐਕਟ ਆਫ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਟ ਵਰਕ ਪਲੇਸ, ਆਪਾਂ ਮੇਜਰਲੀ ਇਹਨੂੰ ਵਰਕ ਪਲੇਸ ਤੇ ਹੀ ਲੈ ਕੇ ਚੱਲਦੇ ਹਾਂ ਜਾਂ ਕੰਪਨੀਜ਼ ਦੇ ਵਿੱਚ। ਕਿਉਂਕਿ ਮੋਸਟ ਲਿਮਟਿਡ ਕੰਪਨੀਜ਼ ਹੈ, ਵੱਡੀਆਂ ਵੱਡੀਆਂ ਕੰਪਨੀਜ਼, ਉਹਨਾਂ ਦੇ ਵਿੱਚ ਜਦੋਂ ਇਕੱਠੇ ਕੰਮ ਕਰਦੇ ਆ ਤਾਂ ਇਦਾਂ ਦੀ ਗੱਲਾਂ ਸਾਹਮਣੇ ਆ ਜਾਂਦੀਆਂ ਨੇ, ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਉਸ ਸਿਚੁਏਸ਼ਨਸ ਦੇ ਵਿੱਚ ਉਹਦੀ ਸੈਲਰੀ ਚੋਂ ਡਿਡਕਸ਼ਨਸ ਹੋ ਸਕਦੀਆਂ, ਸੈਲਰੀ ਚੋਂ ਡਿਡਕਸ਼ਨ ਕਰਕੇ ਉਹੀ ਐਜ਼ ਕੰਪਨਸੇਸ਼ਨ ਉਹ ਲੇਡੀ ਨੂੰ ਦਿੱਤਾ ਜਾ ਸਕਦਾ ਹੈ। ਉਹਨੂੰ ਰੈਪਰੀਮੈਂਡ ਕਰ ਸਕਦੇ ਆ, ਉਹਨੂੰ ਕੁਝ ਦੇਰ ਲਈ ਸਸਪੈਂਡ ਕਰ ਸਕਦੇ ਆ, ਉਹਦੀ ਪ੍ਰਮੋਸ਼ਨ ਤੇ ਰੋਕ ਲਾ ਸਕਦੇ ਆ, ਇਵਨ ਇਨ ਸਿਵੀਅਰ ਸਰਕਮਸਟੈਂਸਸ ਉਹਨੂੰ ਸਸਪੈਂਡ ਕੀਤਾ ਜਾ ਸਕਦਾ ਕੰਪਨੀ ਤੋਂ, ਐਂਡ ਇਟ ਇਜ਼ ਰਿਟਨ ਕਿ ਅੱਗੇ ਜਾ ਕੇ ਵੀ ਇਹਨੂੰ ਕਿਤੇ ਹੋਰ ਜੌਬ ਛੇਤੀ ਨਾ ਮਿਲੇ। ਠੀਕ ਹੈ, ਤੇ ਇਟ ਇਜ਼ ਲਾਈਕ ਅ ਫੈਟਲ ਟੂ ਯੋਰ ਕੈਰੀਅਰ ਆਲਸੋ। ਓਕੇ ਤਾਂ ਇਹ ਸਾਰੀਆਂ ਗੱਲਾਂ ਨੇ ਮੈਮ ਦੇਖੋ ਤੁਸੀਂ ਦੱਸਿਆ, ਮਤਲਬ ਕਿ ਆਮ ਸਮਾਜ ਦੇ ਵਿੱਚ ਕਿਸੇ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ, ਜੇ ਸਾਨੂੰ ਅਵੇਅਰਨੈਸ ਹੀ ਨਹੀਂ ਹੈ ਤਾਂ ਅਸੀਂ ਉਸ ਦੇ ਬਾਰੇ ਅੱਗੇ ਐਕਟ ਕਿਵੇਂ ਕਰਾਂਗੇ। ਤਾਂ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸਾਨੂੰ ਬਹੁਤ ਬਹੁਤ ਨੌਲੇਜ ਦਿੱਤੀ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਚਾਹਾਂਗੀ, ਸ਼ਾਇਦ ਇਹਦੇ ਖਿਲਾਫ ਮੈਨੂੰ ਲੱਗਦਾ ਨਹੀਂ ਕਿ ਕੋਈ ਐਕਟ ਬਣਿਆ, ਲੇਕਿਨ ਆਪਣੇ ਪੁਆਇੰਟ ਆਫ ਵਿਊ ਤੋਂ ਐਜ਼ ਏ ਐਡਵੋਕੇਟ ਤੁਸੀਂ ਮੈਨੂੰ ਥੋੜ੍ਹਾ ਸੁਜੈਸਟ ਕਰੋ ਕਿ ਕੀ ਕਰਨਾ ਚਾਹੀਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਮੈਰਿਜ ਪ੍ਰੋਗਰਾਮ ਦੇ ਵਿੱਚ ਆਪਾਂ ਆਮ ਤੌਰ 'ਤੇ ਜਾਂਦੇ ਹਾਂ, ਉੱਥੇ ਜੋ ਫੀਮੇਲ ਪਰਫੋਰਮਰ ਹੁੰਦੀਆਂ ਨੇ ਉਹਨਾਂ ਨਾਲ ਬਹੁਤ ਭੱਦਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਨੂੰ ਆਪਾਂ ਦੇਖਿਆ ਕਿ ਡਰਿੰਕ ਕਰਕੇ ਪੈਸੇ ਵੀ ਦਿੱਤੇ ਜਾਂਦੇ ਹੈ ਤੇ ਹੋਰ ਤਰ੍ਹਾਂ ਦੇ, ਮਤਲਬ ਕਿ ਕਈ ਬੋਡੀ ਜੈਸਚਰ ਜਿੱਦਾਂ ਤੁਸੀਂ ਦੱਸਿਆ ਗਲਤ ਕੀਤਾ ਹੈ, ਤੇ ਉਹਨਾਂ ਦੀ ਵੀ ਕੋਈ ਸੁਣਵਾਈ ਹੈ ਇੱਥੇ? ਬਿਲਕੁਲ ਮੈਮ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੋਸ਼ ਦਾ ਜਿਹੜਾ ਦਾਇਰਾ ਹੈ ਬਹੁਤ ਹੀ ਵੱਡਾ ਹੈ। ਇਹ ਬਿਲਕੁਲ ਇੰਨਾ ਛੋਟਾ ਨਹੀਂ ਹੈ ਕਿ ਸਿਰਫ ਆਪਾਂ ਇਹਨੂੰ ਕੰਪਨੀ ਤੇ ਹੀ ਲੈ ਕੇ ਚੱਲ ਰਹੇ ਹਾਂ। ਇਹਦੇ 'ਚ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਅਨਆਰਗੇਨਾਈਜ਼ਡ ਸੈਕਟਰ ਵੀ ਇਹਦੇ 'ਚ ਕਵਰਡ ਹੈ, ਤੇ ਉਹ ਵਾਲਾ ਵਰਕਰਸ ਵੀ ਕਵਰਡ ਨੇ ਜਿਹੜੇ ਪਰਮਾਨੈਂਟ EMPLOYEE ਨਹੀਂ ਹੈ ਬਟ ਕੰਟਰੈਕਚੁਅਲ ਬੇਸਿਸ ਤੇ ਹੈ, ਮਤਲਬ ਕਿਸੇ ਕੁਝ ਟਾਈਮ ਵਾਸਤੇ, 1 ਮਹੀਨੇ ਵਾਸਤੇ ਜਾਂ ਕੁਝ ਹਫ਼ਤੇ ਵਾਸਤੇ ਕੰਮ ਕਰਨ ਲਈ ਆਏ ਨੇ, ਉਹ ਵਾਲੇ EMPLOYEES ਵੀ ਇਹਦੇ 'ਚ ਕਵਰ ਹੁੰਦੇ ਨੇ। ਤਾਂ ਉਹ EMPLOYEES ਮੈਂ ਤੁਹਾਨੂੰ ਜਿੱਦਾਂ ਦੱਸਿਆ, if there is no IC they can directly report the matter to LC। ਉਹ LC ਲੋਕਲ ਕਮੇਟੀ ਨੂੰ ਰਿਪੋਰਟ ਕਰ ਸਕਦੇ ਨੇ ਕਿ this thing has happened and ਉਹਦੇ ਅਗੇਂਸਟ ਉਹ ਪ੍ਰੋਪਰ ਐਕਸ਼ਨ ਲਿਆ ਜਾਏਗਾ। ਬਸ ਹੁਣ ਜ਼ਰੂਰਤ ਹੈ ਕਿ ਲੋਕਾਂ ਨੂੰ ਅਵੇਅਰ ਕਰਨ ਦੀ, ਤਾਂ ਕਿ ਉਹ ਆਪਣੇ ਅੱਗੇ ਕੋਈ ਵੀ ਹਰਾਸਮੈਂਟ ਇੱਦਾਂ ਕਿਸੇ ਨਾਲ ਹੁੰਦੀ ਹੈ, ਸਾਡੇ ਨਾਲ ਹੁੰਦੀ ਹੈ, ਸਾਡੇ ਆਪਣਿਆਂ ਨਾਲ ਹੁੰਦੀ ਹੈ, ਉਹਦੇ ਖਿਲਾਫ ਜਿਹੜੀ ਹੈ ਆਵਾਜ਼ ਚੱਕ ਸਕਣ। ਤੇ ਮੈਮ IC ਦੇ ਵਿੱਚ ਅਸੀਂ ਕੰਪਲੇਂਟ ਜਿਹੜੀ ਆ ਉਹ ਕਿੰਨੇ ਟਾਈਮ ਤੱਕ ਦੇ ਸਕਦੇ ਹਾਂ? ਕਈ ਵਾਰੀ ਇੱਦਾਂ ਹੁੰਦਾ ਨਾ ਕਿ ਕਿਸੇ ਵਿਮਨ ਨਾਲ ਕੁਛ ਹਰਾਸਮੈਂਟ ਹੋਈ ਹੈ ਤਾਂ ਉਸ ਟਾਈਮ ਮੈਂਟਲ ਸਟੇਟ ਇੰਨੀ ਸਟਰੋਂਗ ਨਹੀਂ ਹੁੰਦੀ ਕਿ ਅਸੀਂ ਜਾ ਕੇ ਕਿਤੇ ਕੰਪਲੇਂਟ ਕਰੀਏ ਜਾਂ ਕਿਸੇ ਨਾਲ ਲੜ ਸਕੀਏ, ਤਾਂ ਇਹਦਾ ਵੀ ਕੋਈ ਟਾਈਮ ਡਿਊਰੇਸ਼ਨ ਹੁੰਦੀ ਹੈ ਕਿ ਕਿੰਨੇ ਟਾਈਮ ਤੱਕ ਅਸੀਂ ਕੰਪਲੇਂਟ ਦੇ ਸਕਦੇ ਹਾਂ? ਬਿਲਕੁਲ ਮੈਮ, ਬਿਲਕੁਲ। ਇਹਦੇ 'ਚ ਤੁਹਾਡੇ ਕੋਲ 3 ਮਹੀਨੇ ਦਾ ਟਾਈਮ ਹੁੰਦਾ, ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਕਦੀ ਵੀ ਕੰਪਲੇਂਟ ਦੇ ਸਕਦੇ ਹੋ। ਐਂਡ ਇਨ ਸਿਵੀਅਰ ਸਰਕਮਸਟੈਂਸਸ ਤੁਸੀਂ ਆਪਣੇ ਸਰਕਮਸਟੈਂਸਸ ਅਗਰ ਪ੍ਰੋਪਰ ਐਕਸਪਲੇਨ ਕਰੋ ਤੇ 3 ਮਹੀਨਿਆਂ ਦੇ ਟਾਈਮ ਨੂੰ ਵਧਾਇਆ ਵੀ ਜਾ ਸਕਦਾ ਹੈ, 6 ਮਹੀਨਿਆਂ ਦੇ ਵਿੱਚ ਵੀ ਦੇ ਸਕਦੇ। ਅੱਛਾ ਮੈਮ, ਇਹਦੇ ਵਿੱਚ ਜਦੋਂ ਕੰਪਲੇਂਟ ਦਿੱਤੀ ਜਾਂਦੀ ਹੈ ਤਾਂ ਦੂਸਰੀ ਪਾਰਟੀ ਦੀ ਵੀ ਕੋਈ ਸੁਣਵਾਈ ਹੈ ਜਾਂ ਸਿਰਫ ਕੁੜੀ ਦੇ ਫੇਵਰ 'ਚ ਡਿਸੀਜਨ ਹੁੰਦਾ, ਸਿਰਫ ਉਹਦੀ ਸੁਣੀ ਜਾਂਦੀ ਹੈ? ਨਹੀਂ ਮੈਮ, ਇੱਦਾਂ ਬਿਲਕੁਲ ਨਹੀਂ ਹੈ ਕਿ ਇਨ ਇੰਡੀਆ law works on the principles of natural justice, which says ਕਿ nobody should be condemned unheard। ਕਿਸੇ ਦੇ ਵੀ ਕੇਸ ਦੀ ਸੁਣਵਾਈ ਉਹਨੂੰ ਬਿਨਾਂ ਸੁਣੇ ਨਹੀਂ ਕੀਤੀ ਜਾਏਗੀ, ਬਿਲਕੁਲ ਉਹਦੇ ਕਿਸੇ ਵੀ ਕੇਸ ਦਾ ਡਿਸੀਜਨ ਦੋਨੋਂ ਪਾਰਟੀਆਂ ਨੂੰ ਸੁਣਨ ਤੋਂ ਬਾਅਦ ਹੀ ਲਿਆ ਜਾਏਗਾ। ਐਸੇ ਕਰਕੇ ਫਿਰ ਪੋਸ਼ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਹੈ ਕਿ ਜਦੋਂ ਕੁੜੀ ਕੋਈ ਕੰਪਲੇਂਟ ਮੂਵ ਕਰਦੀ ਹੈ ਤੇ ਦੂਸਰੀ ਪਾਰਟੀ ਨੂੰ ਉਹਦੀ ਕੰਪਲੇਂਟ ਦੀ ਕਾਪੀ ਦਿੱਤੀ ਜਾਂਦੀ ਹੈ ਬਕਾਇਦਾ, ਫਿਰ ਉਹਨੂੰ 10 ਦਿਨ ਦਾ ਟਾਈਮ ਦਿੱਤਾ ਜਾਂਦਾ ਕਿ ਉਹ ਆਪਣਾ ਰਿਪਲਾਈ ਫਾਈਲ ਕਰੇ ਉਸ ਕੰਪਲੇਂਟ ਦੇ ਉੱਪਰ।
ਓਕੇ। ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਫੋਲੋ ਹੁੰਦਾ ਹੈ। ਤੇ ਮੈਮ ਕੀ ਪ੍ਰੋਸੀਜਰ ਕੀ ਹੈ ਇਹਦੇ ਲਈ, ਜੇ ਕਿਸੇ ਨੇ ਕੰਪਲੇਂਟ ਕਰਨੀ ਹੋਵੇ ਤਾਂ ਕਿਵੇਂ ਕਰ ਸਕਦੇ ਆਈਸੀ ਬੋਰਡ? ਮੈਮ ਆਈਸੀ ਕਮੇਟੀ ਪੂਰੀ ਆਪਣੀ ਇੰਟਰਨਲ ਇਨਕੁਆਇਰੀ ਕੰਡਕਟ ਕਰਦੀ ਹੈ ਉੱਤੇ ਸਾਰੇ, ਅਗਰ ਉਹਨਾਂ ਨੇ ਕੋਈ ਵਿਟਨੈਸਸ ਨੂੰ ਐਗਜ਼ਾਮਿਨ ਕਰਨਾ ਹੈ ਉਹਨਾਂ ਨੂੰ ਐਗਜ਼ਾਮਿਨ ਕਰਦੇ, ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਜਾਂਦਾ ਹੈ, ਜਾਂ ਹੋਰ ਕੋਈ ਕੈਮਰਾਸ ਚੈੱਕ ਕਰਨੇ ਹੈ ਜਾਂ ਕੁਝ ਵੀ ਹੈ, ਉਹ ਆਪਣੀ ਪੂਰਾ ਉਹਦੇ ਪ੍ਰੋਸੀਜਰ ਦੇ ਵਿੱਚ ਬਿਲਕੁਲ ਸਾਰੀ ਕੁਝ ਚੀਜ਼ਾਂ ਚੈੱਕ ਕਰਦਾ ਹੈ, ਫਿਰ ਆਪਣੀ ਉਹ ਰਿਪੋਰਟ ਤਿਆਰ ਕਰਦਾ, ਉਹ ਕੰਪਨੀ ਦੇ EMPLOYER ਨੂੰ ਉਹ ਰਿਪੋਰਟ ਦਿੰਦਾ। ਦੈਨ EMPLOYER ਹੈਜ਼ ਟੂ ਵਰਕ ਇਨ 60 ਡੇਜ਼। 60 ਡੇਜ਼ ਦੇ ਵਿੱਚ ਉਹਨੇ ਉਸ ਰਿਪੋਰਟ ਤੇ ਕੰਮ ਕਰਨਾ ਹੁੰਦਾ ਹੈ। ਅੱਛਾ, ਉਹਦੇ ਵਿੱਚ ਤਿਆਰ ਕਰਨੀ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ। ਠੀਕ ਹੈ। ਤੇ ਮੈਮ ਇਸ ਤੋਂ ਬਾਅਦ ਫਿਰ ਜੇ ਉਹਦੇ ਫੇਵਰ 'ਚ ਨਹੀਂ ਹੁੰਦਾ ਡਿਸੀਜਨ, ਤਾਂ ਉਹ ਕਿੱਥੇ ਅਪਲਾਈ ਕਰ ਸਕਦੀ ਹੈ ਲੇਡੀ? मैम अगर फेवर च डिसीजन ना आए मतलब दोनों पार्टीज को दोनों राइट parties है, ਨੂੰ ਦੇਖਣਾ दोनों पार्टीज ਪੈਂਦਾ को अपील ਦਾ ਰਾਈਟ ਹੈਗਾ। ਓਕੇ। दोनों पार्टीज अपनी अपील फाइल कर सकती है एज पर रूल्स, एज पर अगर ते कंपनी ਦੇ रूल्स ਨੇ ਉਹ डिसिप्लिनरी अथॉरिटीज को अपील फाइल कर सकती है, अगर नहीं है तो दे कैन गो टू लेबर कोर्ट और दी इंडस्ट्रियल ट्राइब्यूनल आल्सो। ਓਕੇ। ਤੇ ਤੁਹਾਡੀ ਨਵੀਂ ਮੈਰਿਜ ਹੋਈ ਲੱਗਦੀ ਹੈ। ਹਾਂਜੀ। ਤੇ ਤੁਸੀਂ ਮੈਮ ਆਪਣੀ ਪਰਸਨਲ ਔਰ ਪ੍ਰੋਫੈਸ਼ਨਲ ਲਾਈਫ ਨੂੰ ਜਿਵੇਂ ਕਿਵੇਂ ਬੈਲੈਂਸ ਕਰਦੇ ਹੋ? ਮੈਮ ਮਤਲਬ ਔਖਾ ਨਹੀਂ ਲੱਗਦਾ ਤੁਹਾਨੂੰ ਇਦਾਂ? ਬਿਲਕੁਲ ਥੋੜਾ ਔਖਾ ਤੇ ਹੁੰਦਾ, ਬਟ ਮੇਰੇ ਹਸਬੈਂਡ ਵੀ ਪ੍ਰੈਕਟਾਈਜ਼ਿੰਗ ਐਡਵੋਕੇਟ ਨੇ Okay. ਤੇ ਉਹ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਆ ਇਸ profession ਨੂੰ ਓਕੇ। ਤੇ ਹੀ ਇਜ਼ ਵੈਰੀ ਸਪੋਰਟਿਵ ਆਲਸੋ, ਤੇ ਇਟ ਮੇਕਸ ਮੀ ਈਜ਼ੀ ਟੂ ਮੈਨੇਜ ਮਾਈ ਪਰਸਨਲ ਐਂਡ ਪ੍ਰੋਫੈਸ਼ਨਲ ਲਾਈਫ। ਅੱਛਾ। ਤੇ ਮੈਮ ਜਿਵੇਂ ਤੁਸੀਂ ਦੱਸਿਆ ਤੁਹਾਡੇ ਹਸਬੈਂਡ ਵਕੀਲ ਨੇ ਜੀ। ਤੇ ਤੁਸੀਂ ਵੀ ਵਕੀਲ ਹੋ, ਤਾਂ ਤੁਸੀਂ ਘਰੇ ਤਾਂ ਨਹੀਂ ਅਦਾਲਤ ਲਗਾ ਕੇ ਬੈਠ ਜਾਂਦੇ ਹੈ ਨਾ? ਤੇ ਜੇ ਅਦਾਲਤ ਕਦੀ ਲੱਗ ਜਾਂਦੀ ਹੈ ਕਿਸੇ ਵੀ ਕੇਸ ਤੇ ਫਿਰ ਕੌਣ ਜਿੱਤਦਾ ਹੈ ਇਹਦੇ ਵਿੱਚੋਂ? ਮੈਮ ਇੱਦਾਂ ਹੈ ਕਿ ਇੱਕ ਤਾਂ ਕੁੜੀਆਂ ਵੈਸੇ ਤੁਹਾਨੂੰ ਪਤਾ ਬਹਿਸ ਜ਼ਿਆਦਾ ਵਧੀਆ ਕਰ ਲੈਂਦੀਆਂ, ਉੱਤੋਂ ਮੈਂ ਵਕੀਲ ਹਾਂ, ਫਿਰ ਹੁਣ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਕੌਣ ਜਿੱਤਦਾ, ਤੁਸੀਂ ਜਿੱਤਦੇ ਹੋਗੇ ਹੈ ਨਾ। ਚਲੋ ਅਪਾਰਟ ਫਰਮ ਜੋਕਸ, ਮਤਲਬ ਆਪਾਂ ਦੋਵਾਂ ਨੇ ਲਾਈਕ ਫਰਮ ਦ ਵੈਰੀ ਬਿਗਿਨਿੰਗ ਆਫ ਮੈਰਿਜ ਰੂਲ ਬਣਾ ਲਿਆ ਸੀਗਾ ਕਿ ਆਪਾਂ ਕੋਈ ਵੀ ਕਚਹਿਰੀ ਦੀਆਂ ਗੱਲਾਂ ਘਰ ਨਹੀਂ ਲੈ ਕੇ ਜਾਣੀਆਂ। ਅੱਛਾ। ਸੋ ਵੀਲ ਮਤਲਬ ਆਪਣਾ ਬਾਹਰ ਦਾ ਕੰਮ ਬਾਹਰ ਛੱਡ ਕੇ ਆਵਾਂਗੇ, ਘਰ ਦੀ ਲਾਈਫ ਤੇ ਬਾਹਰ ਦੀ ਲਾਈਫ ਨੂੰ ਅਲੱਗ ਹੀ ਰੱਖਾਂਗੇ। ਤੇ ਤੁਸੀਂ ਪਰਸਨਲ ਔਰ ਜਿਹੜੀ ਪ੍ਰੋਫੈਸ਼ਨਲ ਲਾਈਫ 'ਚ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ ਨਾ? ਰਾਈਟ ਮੈਮ। ਸੋ ਥੈਂਕ ਯੂ ਸੋ ਮਚ ਮੈਮ ਤੁਹਾਡੇ ਆਉਣ ਦਾ, ਤੇ ਤੁਸੀਂ ਤੁਹਾਡੀ ਇਨਫੋਰਮੇਸ਼ਨ ਹੈ ਜਿਹੜੀ ਉਹ ਵਾਕਈ ਇੱਕ ਆਈ ਓਪਨਿੰਗ ਸੀਗੀ, ਜਿਹਦੇ ਨਾਲ ਮੈਨੂੰ ਲੱਗਦਾ ਕਿ ਆਡੀਅנס ਨੂੰ ਬਹੁਤ ਜ਼ਿਆਦਾ ਹੈਲਪ ਮਿਲੀ ਹੋਏਗੀ, ਬਹੁਤ ਜ਼ਿਆਦਾ ਅਵੇਅਰ ਹੋਏ ਹੋਣਗੇ। ਤਾਂ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਸਾਡੇ ਆਮ ਸਮਾਜ ਵਿੱਚ ਹੁੰਦੀਆਂ ਰਹਿੰਦੀਆਂ ਨੇ, ਤੇ ਜ਼ਰੂਰ ਅਸੀਂ ਇਸ ਪੋਸ਼ ਐਕਟ ਬਾਰੇ ਜਾਣ ਕੇ, ਤੇ ਅਸੀਂ ਸਾਡੇ ਨਾਲ ਜਾਂ ਸਾਡੇ ਨਾਲ ਦਿਆਂ ਨਾਲ ਕਿਸੇ ਨਾਲ ਵੀ ਕੋਈ ਹਰਾਸਮੈਂਟ ਹੁੰਦੀ ਹੈ ਤਾਂ ਅਸੀਂ ਆਈਸੀ ਬੋਰਡ ਵਿੱਚ ਕੰਪਲੇਂਟ ਕਰਕੇ ਉਸ ਨੂੰ ਸੌਰਟ ਆਊਟ ਕਰ ਸਕਦੇ ਹਾਂ। ਜਾਂ ਤੁਸੀਂ ਹੋਰ ਇੰਟਰਨਲ ਕਮੇਟੀ, ਲੋਕਲ ਕਮੇਟੀ ਦੱਸੀ ਹੈ, ਤਾਂ ਇਹਦੇ ਨਾਲ ਸਾਨੂੰ ਬਹੁਤ ਹੀ ਇੰਪੋਰਟੈਂਟ ਜਿਹੜੀ ਹੈ ਇਨਫੋਰਮੇਸ਼ਨ, ਜਿਹੜੀ ਹੈ ਜਾਣਕਾਰੀ ਮਿਲੀ ਹੈ। ਜਿਵੇਂ ਕਿ ਤੁਸੀਂ ਸਾਰਿਆਂ ਨੇ ਅੱਜ ਤਾਨੀਆ ਮੈਮ ਦੇ ਵਿਚਾਰ ਸੁਣੇ, ਉਹਨਾਂ ਨੇ ਸਾਨੂੰ ਪੋਸ਼ ਐਕਟ ਬਾਰੇ ਦੱਸਿਆ ਤੇ ਵੂਮਨ ਦੀ ਸੁਰੱਖਿਆ ਬਾਰੇ ਦੱਸਿਆ ਕਿ ਕਿਵੇਂ ਆਪਣੀ ਸੁਰੱਖਿਆ ਨੂੰ ਉਹ ਯਕੀਨੀ ਬਣਾ ਸਕਦੇ ਨੇ। ਤੇ ਹੁਣ ਲੋੜ ਹੈ ਅੱਗੇ ਆ ਕੇ ਆਵਾਜ਼ ਬੁਲੰਦ ਕਰਨ ਦੀ। ਜੇ ਕੋਈ ਵੀ ਕਿਸੇ ਦੇ ਖਿਲਾਫ ਕੋਈ ਹਰਾਸਮੈਂਟ ਹੋ ਰਹੀ ਹੈ ਤਾਂ ਸਾਨੂੰ ਉਸ ਚੀਜ਼ ਨੂੰ ਦਬਾਉਣਾ ਨਹੀਂ ਚਾਹੀਦਾ, ਬਲਕਿ ਅੱਗੇ ਆ ਕੇ ਉਸ 'ਤੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ। ਤੇ ਮੈਂ ਬਹੁਤ ਧੰਨਵਾਦ ਕਰਾਂਗੀ ਤਾਨੀਆ ਮੈਮ ਦਾ, ਜਿਨ੍ਹਾਂ ਨੇ ਸਾਨੂੰ ਇੰਨੀ ਫਰੂਟਫੁਲ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ। ਥੈਂਕ ਯੂ ਸੋ ਮਚ।